अपनी जो भी किया ना इज्जत और गैरत तो मारिया। ਕਿਹੜੀ ਇੱਜ਼ਤ ਤੇ ਗੈਰਤ ਕਿਹੜੀ ਇੱਜ਼ਤ ਤੇ सर ਗੈਰਤ मैं नहीं ਤੁਹਾਨੂੰ ਦੱਸ ਸਕਦਾ। ਬੱਚਿਆਂ ਦੇ ਸਾਹਮਣੇ ਮਾਰਿਆ नहीं बच्ची मेरी सीढ़ियां तो उत्ते आन डई सी, बेटा मेरा कोल पास लेटिया सी। ਮਾਰਿਆ ਕਿਸ ਚੀਜ਼ ਦੇ ਨਾਲ चूरी ना मारिया सर, अपनी इज्जत तो मारन ਦਾ ਅਖਤਿਆਰ है। ਮਾਰ ਕਿੱਥੇ ਲਿਖਿਆ ਕਿਹੜੇ ਕਾਨੂੰਨ ਦੇ ਚ ਲਿਖਿਆ ਮੇਰੇ ਕਾਨੂੰਨ 'ਚ ਹੈ ਵੇ ਕਿ ਕਿਹੜਾ ਕਾਨੂੰਨ ਹੈਗਾ ਤੂੰ ਕੋਈ ਉਤੋਂ ਅਰਸ਼ਾਂ ਤੋਂ ਆਇਆ ਕਿ ਮੇਰੇ ਜੈਸੇ ਦਰਿੰਦੇ ਆ ਜਿਹੜਾ ਹੋਏਗਾ ਨਾ ਉਹ ਆਪਣੀ ਇੱਜ਼ਤ ਔਰ ਗੈਰਤ ਤੋਂ ਸ਼ਾਇਦ ਜਾਂ ਆਪਣੀ ਬੁੱਢੀ ਛੱਡ ਦੇਗਾ ਜਾਂ ਇਹ ਕੰਮ ਕਰੇ। ਮਾਜ਼ਰਤ ਇਹ ਵੇ ਕਿ ਮੈਂ ਜੋ ਕੀਤਾ ਆਪਣੀ ਇੱਜ਼ਤ ਗੈਰਤ ਤੋਂ ਕੀਤਾ, ਐਵੇਂ ਲੰਮੀ ਬਹਿਸ ਕਰੀ ਜਾਓਗੇ ਮੇਰੇ 2 ਤੋਂ 3 दफ़ा किया कि सर यह मसला है, माजरत है यह मसला, मेरे को जो भी है गुस्से से भी। मुलजम कहता है जो उसका करैक्टर ठीक नहीं था, वो फ़ोन पे लगी रहती थी, अपने मैके में ज़्यादा वक्त गुजारती थी, लेकिन उनकी ठोस सबूत वजह पेश नहीं कर सकती। अस्सलाम वालेकुम नाज़रीन, मैं हूं एडी मलक और मैं इस वक्त थाना मुरीद के सिटी में मौजूद हूं, जहां तकरीबन 4 साल शादी के बाद शोहर ने 2 बच्चे पैदा किए और फिर हैवानों की तरह इस शख्स ने उन मासूम बच्चों के सामने उनकी वालदा को तेज़दार छुरी से कत्ल कर दिया। मेरे साथ वो मुलज़म मौजूद है, उनसे जानते हैं कि आखिरकार इसने ये क्यों किया और क्या मजबूरी थी ये सब करने की। क्या नाम है आपका? मेरा नाम कैसर कसाई। कैसर कसाई हो आप? जी इसीलिए जानवर वाला काम किया? नहीं सर, जानवर और होते हैं, इंसान कुछ और होते हैं। आपने कहा कि जी मैं कसाई हूँ, मैं पंजाबी में आपसे बात करता हूँ, कसाई हो किस किदा कत्ल किया है? अपनी बीवी का कत्ल किया। ਕਿਹੜੇ ਕਸਾਈ ਨੇ ਜਿਹੜੇ ਔਰਤਾਂ ਦਾ ਕਤਲ ਕਰਦੇ ਨੇ? सर अगर औरत नजायज़ होवे ना तो उन्होंने समझाया जाए तो उन्होंने समझ ना आवे तो फिर गुस्से च सर गैरत तो हर चीज़ हो जाती। ਸ਼ਾਦੀ ਨੂੰ ਕਿੰਨਾ ਅਰਸਾ ਹੋਇਆ ਹੈ? 4 साल हो गए। ਬੱਚੇ ਕਿੰਨੇ ਨੇ? 2। ਕੀ ਸੋਚਿਆ ਕਿ ਮਾਰ ਦੇਣਾ ਚਾਹੀਦਾ ਹੈ? अपनी इज्जत और गैरत तो कोई चीज़ नहीं। ਕੀ ਦੇਖਿਆ ਸੀ ਇੱਜ਼ਤ ਗੈਰਤ ਕੀ ਕੋਈ ਦੱਸ ਨਾ ਕਿ ਜੀ ਇਹ ਵਜ੍ਹਾ ਤੋਂ ਮੈਂ ਮਾਰਿਆ? गलत सी मोबाइल ਤੇ मैं 2-3 दफ़ा ਉਹਦੀਆਂ ਗੱਲਾਂ ਸੁਣੀਆਂ ਸਨ। ਠੀਕ ਹੈ, ਉਹਨੂੰ ਨਜਾਇਜ਼ ਤਲਾਕ ਆ ਸਨ, ਜਿੱਥੇ ਮਰਜ਼ੀ ਚਲੇ ਜਾਂਦੀ ਸੀ। ਮੈਂ ਜਿੱਥੋਂ ਵੀ ਉਹਨੂੰ ਰੋਕਿਆ ਜਾਣ ਤੋਂ ਉਹ ਨਹੀਂ ਬਾਜ਼ ਆਈ। ਮੋਬਾਈਲ ਤੇ ਕੀ ਗੱਲਾਂ ਸੁਣੀਆਂ ਸੀ? ਮੋਬਾਈਲ ਤੇ ਇਹ ਹੀ ਕਿ ਸਰ ਮਕਾਨ ਮੈਂ ਆਪਣੇ ਨਾਲ ਉਹਦੇ ਨਾਲ ਲਵਾਤਾ ਸੀ ਆਪਣਾ ਘਰ ਵਾਸਤੇ। ਅੱਛਾ ਠੀਕ ਹੈ, ਉਹਦੇ ਨਾਲ ਜ਼ੇਵਰ ਕਰਵਾਤਾ ਸੀ। ਠੀਕ ਹੈ, ਪਿੱਛੇ ਜੇ ਉਹਨੇ ਮੇਰੇ ਸਿਰ ਤੇ ਮਾਰ ਕੇ ਗਲਾਸ ਤੇ ਉਹ ਵੀ ਮੇਰਾ ਸਿਰ ਫਾੜਤਾ, ਮੈਂ ਉਹ ਵੀ ਬਰਦਾਸ਼ਤ ਕਰਤਾ। ਅੱਛਾ ਠੀਕ ਹੈ, ਗਾਲੀ ਤੇ ਜਦੋਂ ਉਹਨੇ ਹਮਲਾ ਕੀਤਾ ਸੀ ਸਿਰ ਫਾੜਿਆ ਸੀ ਤੂੰ ਪੁਲਿਸ ਰਿਪੋਰਟ ਕਰਵਾਈ ਸੀ? SHO ਸਾਹਿਬ ਕੋਈ ਸਾਰਾ ਕੇਸ ਸੀ ਸਾਡਾ। ਠੀਕ ਹੈ, ਦੋਵਾਂ ਦਰਮਿਆਨ ਫਿਰ ਝਗੜਾ ਸ਼ੁਰੂ ਹੋ ਗਿਆ। ਇੱਥੇ SHO ਸਾਹਿਬ ਕੋਈ ਸਾਡਾ ਕੇਸ ਸੀ। ਠੀਕ ਹੈ, ਉਸ ਤੋਂ ਬਾਅਦ ਮੈਂ ਉਹਦੇ ਮਾਂ-ਬਾਪ ਨੂੰ ਵੀ 2-3 ਦफ़ਾ ਬੁਲਾਇਆ, ਲੇਕਿਨ ਉਹਦੀ ਮਾਂ ਦੇ ਲਫਾਜ਼ ਇਹ ਹੁੰਦੇ ਸਨ, ਇਹਨੇ ਇਸ ਤਰ੍ਹਾਂ ਹੀ ਰਹਿਣਾ, ਇਹਨੇ ਤੈਨੂੰ ਗਾਲੀਆਂ ਵੀ ਕੱਢਣੀਆਂ, ਇਹਨੇ ਤੈਨੂੰ ਆਪਣੀ ਜੁੱਤੀ ਥੱਲੇ ਰੱਖਣਾ। ਸਰ ਆਪਣੀ ਇੱਜ਼ਤ ਤੋਂ ਅੱਗੇ ਕੋਈ ਚੀਜ਼ ਨਹੀਂ। ਸ਼ਾਦੀ ਆਪਣਿਆਂ ਦੇ ਚ ਹੋਈ ਸੀ? ਨਹੀਂ ਉਬੜਾਂ 'ਚ ਹੋਈ ਸੀ। ਪਸੰਦ ਹੀ ਕੀਤੀ ਸੀ? ਜੀ ਬਿਲਕੁਲ ਨਹੀਂ। ਫਿਰ ਕੀ ਹੋਇਆ? ਫਿਰ ਜ਼ਾਰੀ ਬਾਤ ਹੈ ਜਦੋਂ ਬੰਦੇ ਨੂੰ ਬਾਹਰੋਂ ਲੋਕੀ ਗੱਲਾਂ ਕਰਨ ਨਾ ਤਾਂ ਫਿਰ ਗੈਰਤ ਤੋਂ ਗੱਲ ਸੁਣਨਾ। ਕੀ ਲੋਕੀ ਗੱਲਾਂ ਕਰਦੇ ਸੀ? ਲੋਕੀ ਗੱਲਾਂ ਕਰਦੇ ਸਨ ਕਿ ਤੇਰੀ ਬੀਵੀ ਇਸ ਤਰ੍ਹਾਂ ਦੀ ਹੈ, ਇਸ ਤਰ੍ਹਾਂ ਦੀ। ਤੂੰ ਕਦੀ ਵੇਖਿਆ ਸੀ ਆਪਣੀ ਬੀਵੀ ਨੂੰ? ਵੇਖਿਆ ਨਹੀਂ, ਕੰਨੀ ਗੱਲਾਂ ਸੁਣੀਆਂ ਨੇ। ਕੀ ਗੱਲਾਂ ਕਿਹਦੇ ਕੋਲੋਂ ਸੁਣੀਆਂ? ਬੀਵੀ ਦਾ ਕੀ ਹੋਲਡ ਹੈ ਕਿ ਬੀਵੀ ਆਪਣੇ ਸ਼ੋਹਰ ਨੂੰ ਗਾਲੀ ਕੱਢੇ, ਉਹਦੇ ਗਲੇ ਪਵੇ, ਉਹਨੂੰ ਸਮਝਾਇਆ ਜਾਵੇ ਤਾਂ ਆਪਣੇ ਹਰਕਤਾਂ ਕੁਝ ਇਸ ਤਰ੍ਹਾਂ ਦੀਆਂ ਕਰਦਾ ਹੋਏਗਾ ਨਾ ਕਿ ਤੈਨੂੰ ਗਾਲਾਂ ਕੱਢਦੀ ਹੈ। ਕੋਈ ਪਾਗਲ ਸੀ ਉਹ ਬੀਵੀ ਤੇਰੀ? ਮੈਂ ਸਰ ਕਿਹੜਾ ਕੋਈ ਪਾਊਡਰ ਵੇਚਣਾ ਸਾਂ। ਨਹੀਂ ਫਿਰ ਗਾਲਾਂ ਕਿਉਂ ਕੱਢਦੀ ਮਿਹਨਤ ਕਰਦਾ ਸਾਂ, ਮੈਂ ਉਹਨੂੰ ਹਰ ਚੀਜ਼ ਦੇਣਾ ਸਾਂ। ਨਹੀਂ ਫਿਰ ਉਹ ਪਾਗਲ ਸੀ? ਸਮਝਾਇਆ ਜਾਏ ਨਾ ਸਰ, ਤੁਸੀਂ ਮੇਰੇ ਨਾਲ ਗੱਲ ਕਰਨ ਦੇ ਕਦੀ ਜਾ ਕੇ ਮੁਹੱਲੇ 'ਚ ਪੁੱਛੋਗੇ ਉਹਦਾ ਕੀ ਰਵੱਈਆ ਸੀ। ਨਹੀਂ ਤੁਸੀਂ ਮੈਨੂੰ ਦੱਸੋ ਨਾ, ਤੁਸੀਂ ਕਹਿ ਰਹੇ ਹੋ ਕਿ ਗਾਲਾਂ ਕੱਢਦੀ ਸੀ, ਉਹ ਪਾਗਲ ਖਤੂਨ ਸੀ? ਸਰ ਇੱਕ ਤੁਹਾਨੂੰ ਮੈਂ ਕਿਹਾ ਜਾਵੇ ਕਿ ਇਹ ਹਰਕਤ ਨਹੀਂ ਕਰਨੀ, ਤੁਸੀਂ ਮੇਰੇ ਗਲੇ ਪੈ ਜਾਓ। ਕੀ ਤੂੰ ਕਹਿੰਦਾ ਸੀ ਉਹਨੂੰ ਕਿ ਇਹ ਹਰਕਤ ਨਹੀਂ ਕਰਨੀ? ਜਿਸ ਗੱਲ ਤੋਂ ਵੀ ਉਹਨੂੰ ਬਾਜ਼ ਕੀਤਾ ਉਹਨੇ ਗੱਲ ਕੋਈ ਇੱਕ ਗੱਲ ਤੇ ਹੋਏ? ਇੱਕ ਹੀ ਗੱਲ ਹੈ ਕਿ ਕਿਤੇ ਜਾਣਾ ਨਹੀਂ। ਇਹ ਫੋਨ ਜੇ ਮੈਂ ਚੈੱਕ ਕੀਤਾ ਤਾਂ ਉਹਨੇ ਲੜਾਈ ਪਾ ਲਈ ਹੈ। ਅੱਛਾ ਕਿੱਥੇ ਦੀ ਜਾਣਦੀ ਸੀ ਉਹ ਤੇ ਤੂੰ ਮਨਾ ਕਰਦਾ ਸੀ? ਮੈਂ ਉਹਨੂੰ ਜਿਸ ਜਗ੍ਹਾ ਤੋਂ ਵੀ ਮਨਾ ਕੀਤਾ ਨਾ ਕੋਈ ਇੱਕ ਜਗ੍ਹਾ ਦਾ ਨਾਂ ਤੇ ਦੱਸ। ਕੋਈ ਇੱਕ ਜਗ੍ਹਾ ਦਾ ਸਰ ਮੈਂ ਤੁਹਾਨੂੰ ਕੀ ਦੱਸਾਂ। ਮੈਂ ਕੋਈ ਇੱਕ ਜਗ੍ਹਾ ਦੱਸ ਦੇ ਕਿੱਥੇ ਜਾਂਦੀ ਸੀ? ਮੈਨੂੰ ਪਤਾ ਹੁੰਦਾ ਸਰ ਕਿ ਮੈਂ ਉਹ ਵੀਡੀਓ ਉਸ ਟਾਈਮ ਦੀ ਸਾਰੀ ਬਣਵਾ ਲੈਂਦਾ। ਨਹੀਂ ਤੈਨੂੰ ਪਤਾ ਸੀ ਤੇ ਤੂੰ ਕਹਿ ਰਿਹਾ ਨਾ ਕਿ ਮੈਨੂੰ ਮਨਾ ਕਰਦਾ ਸੀ, ਤੇ ਮਨਾ ਜਿੱਦੇ ਤੂੰ ਕਰਦਾ ਸੀ ਤੂੰ ਦੱਸ ਤੇ ਸਹੀ। ਆਪਣੀ ਜੋ ਵੀ ਕੀਤਾ ਨਾ ਇੱਜ਼ਤ ਔਰ ਗੈਰਤ ਤੋਂ ਮਾਰਿਆ। ਕਿਹੜੀ ਇੱਜ਼ਤ ਤੇ ਗੈਰਤ? ਕਿਹੜੀ ਇੱਜ਼ਤ ਤੇ ਸਰ ਗੈਰਤ? ਮੈਂ ਨਹੀਂ ਤੁਹਾਨੂੰ ਦੱਸ ਸਕਦਾ। ਨਹੀਂ ਕਿਉਂ ਨਹੀਂ ਦੱਸ ਸਕਦਾ? ਫਿਰ ਠੀਕ ਹੈ ਸਰ, ਮੇਰੇ ਕੋਲ ਗਲਤੀ ਹੋ ਗਈ, ਮੈਂ ਗੁੱਸੇ 'ਚ ਕੀਤਾ, ਆਪਣੀ ਇੱਜ਼ਤ ਔਰ ਗੈਰਤ ਤੋਂ ਮਾਰਿਆ। ਬੱਚਿਆਂ ਨੂੰ ਵੀ ਤੈਨੂੰ ਕੋਈ ਖਿਆਲ ਨਹੀਂ ਆਇਆ ਕਿ ਬੱਚਿਆਂ ਦਾ ਕੀ ਬਣੇਗਾ? ਸਰ ਉਹ ਜਿਸ ਟਾਈਮ ਇਹ ਮਸਲਾ ਆਇਆ, ਠੀਕ ਹੈ, ਮੈਂ ਆਪਣੇ ਬੱਚੇ ਲੈ ਕੇ ਦੌੜ ਗਿਆ। ਅੱਛਾ ਜੋ ਬੱਚੇ ਲੈ ਕੇ ਦੌੜ ਗਿਆ, ਮੈਂ ਬੱਚੇ ਆਪਣੇ ਵਾਲਿਦਾਨ ਬੱਚਿਆਂ ਦੇ ਸਾਹਮਣੇ ਮਾਰਿਆ? ਨਹੀਂ, ਬੱਚੀ ਮੇਰੀ ਸੀੜੀਆਂ ਤੋਂ ਉੱਤੇ ਆਣ ਡਈ ਸੀ, ਬੇਟਾ ਮੇਰਾ ਕੋਲ ਪਾਸ ਲੇਟਿਆ ਸੀ। ਬੱਚਾ 6 ਮਹੀਨੇ ਦਾ, ਉਹਨੂੰ ਤਾਂ 6 ਮਹੀਨੇ ਦੇ ਬੱਚੇ ਨੂੰ ਕੀ ਪਤਾ। ਮਾਰਿਆ ਕਿਸ ਚੀਜ਼ ਦੇ ਨਾਲ? ਚੂਰੀ ਨਾ ਮਾਰਿਆ ਸਰ। ਉਹ ਸੁੱਤੀ ਪਈ ਮਾਰਿਆ ਸੀ ਕਿ? ਨਹੀਂ ਸਹੀ 10:30 ਤੋਂ 11 ਵਜੇ ਦਾ ਟਾਈਮ ਸੀ। ਕੀ ਕੋਈ ਲੜਾਈ ਹੋਈ ਸੀ? ਝਗੜਾ ਆਇਆ ਸੀ, ਗੱਲ ਮੂੰਹ ਮਾਰੀ ਤੋਂ? ਹੋਈ ਸੀ,
ਜਿਹੜੀ ਗੱਲ ਤੋਂ ਮੈਂ ਉਹਨੂੰ ਕਹਿਣਾ ਵੀ ਸਾਨੂੰ ਰੁਕ ਜਾ, ਅੱਗੋਂ ਉਸਨੇ ਮੈਨੂੰ ਆਖਿਆ ਤੈਨੂੰ ਮੂੰਹ ਬੰਦ ਕਰਕੇ ਰਹਿਣਾ ਕਿਹੜੀ ਗੱਲ ਤੋਂ ਤੂੰ ਕਹਿੰਦਾ ਸੀ ਦੱਸੋ ਮੈਂ ਨਾ। ਸਰ ਤੁਹਾਨੂੰ ਮੁਖਤਸਰ ਕਿਹਾ ਕਿ ਮੈਂ ਆਪਣੀ ਇੱਜ਼ਤ ਔਰ ਗੈਰਤ ਤੋਂ ਮਾਰਿਆ। ਇੱਜ਼ਤ ਗੈਰਤ ਕੋਈ ਚੀਜ਼ ਤੇ ਹੁੰਦੀ ਹੈ ਨਾ, ਕਿਸੇ ਵਜ੍ਹਾ ਤੋਂ ਤੇ ਮਾਰਿਆ ਨਾ, ਕਿਉਂ ਗੁੱਸਾ ਆਇਆ? ਸਰ ਮੈਨੂੰ ਗੁੱਸਾ ਹੈ ਤੇ ਉਹਨੇ ਮੈਂ ਕੁਝ ਗੁੱਸੇ ਮੰਗ ਲਿਆ ਸੀ? ਹਰ ਚੀਜ਼ ਤੇਰੇ ਕੋਲ ਖਰਚਾ ਮੰਗਦੀ ਹੋਗੀ, ਨਹੀਂ ਦਿੰਦਾ ਹੋਏਗਾ ਤੂੰ? ਕਿਉਂ ਨਹੀਂ ਦਿੰਦਾ ਤੇ ਮੈਂ ਤੈਨੂੰ ਗਾਲਾਂ ਵੀ ਕੱਢਦੀ ਹੋਏਗੀ? ਗਾਲਾਂ ਤੇ ਉਹ ਕੱਢਦੀ ਹੈ। ਖਰਚਾ ਨਹੀਂ ਦਿੰਦਾ ਅਗਰ ਹਾਂਜੀ, ਫਿਰ ਮੈਨੂੰ ਗਾਲਾਂ ਨਹੀਂ ਕੱਢਦੀ, ਮੇਰੇ ਮਾਂ-ਬਾਪ ਨੂੰ ਹਰ ਚੀਜ਼ ਨੂੰ ਗਾਲਾਂ ਕੱਢਦੀ ਹੈ, ਜਾ ਕੇ ਮੁਹੱਲੇ 'ਚ ਜਾ ਕੇ ਨਹੀਂ, ਉਹ ਪੁੱਛ। ਪਾਗਲ ਖਤੂਨ ਸੀ ਜਿਹਦੇ ਨਾਲ ਤੇਰਾ ਵਿਆਹ ਹੋਇਆ ਸੀ, ਸ਼ਾਇਦ ਤੇ ਤੂੰ ਉਹਨੂੰ ਛੱਡ ਦੇਣਾ ਸੀ? ਸ਼ਾਇਦ ਮਾਰਨ ਦਾ ਅਖਤਿਆਰ ਤੇਰੇ ਕੋਲ ਹੈ ਸੀ? ਆਪਣੀ ਇੱਜ਼ਤ ਤੋਂ ਮਾਰਨ ਦਾ ਅਖਤਿਆਰ ਹੈ। ਮਾਰ ਕਿੱਥੇ ਲਿਖਿਆ, ਕਿਹੜੇ ਕਾਨੂੰਨ ਦੇ ਵਿੱਚ ਲਿਖਿਆ? ਤੇ ਸਰ ਫਿਰ ਆਪਣੀ ਇੱਜ਼ਤ ਤੋਂ ਅੱਗੇ ਕੋਈ ਗੱਲ ਨਹੀਂ ਹੈ। ਜੇ ਕਾਨੂੰਨ ਦੇ ਵਿੱਚ ਲਿਖਿਆ ਤੇ ਹੱਥ ਕੜੀਆਂ ਕਿਉਂ ਲੱਗੀਆਂ ਤੈਨੂੰ? ਮੇਰੇ ਕਾਨੂੰਨ 'ਚ ਹੈ ਵੇ ਕਿ ਕਿਹੜਾ ਕਾਨੂੰਨ ਹੈਗਾ? ਤੂੰ ਕੋਈ ਉਤੋਂ ਅਰਸ਼ਾਂ ਤੋਂ ਆਇਆ ਹੈ? ਸਰ ਮੁਖਤਸਰ ਕਿੱਸਾ ਹੈ ਕਿ ਮੈਂ ਗੁੱਸੇ 'ਚ ਮੇਰੇ ਕੋ ਜੋ ਵੀ ਹੋਇਆ ਗੁੱਸੇ 'ਚ ਹੋਇਆ ਤੇ ਆਪਣੀ ਗੁੱਸਾ ਇੱਜ਼ਤ ਕਿਸ ਚੀਜ਼ ਦਾ ਨਾ, ਗੁੱਸਾ ਕਿਸ ਚੀਜ਼ ਦਾ? ਆਪਣੀ ਗੈਰਤ ਤੋਂ ਮਾਰਿਆ ਸਰ। ਕਿਹੜੀ ਗੈਰਤ, ਕਿਹੜੀ ਗੈਰਤ? ਮਿਹਰਬਾਨੀ। ਪਛਤਾਵਾ ਕੋਈ ਨਹੀਂ ਹੋ ਰਿਹਾ? ਪਛਤਾਵਾ ਮੈਨੂੰ ਹੈ ਮੇਰੇ ਬੱਚਿਆਂ ਦੀ ਵਜ੍ਹਾ ਤੋਂ ਕਿ ਜੋ ਕੁਝ ਮੈਂ ਕੀਤਾ ਮੇਰੇ ਕੋ ਬੱਚਿਆਂ ਦੇ ਬਿਹਤਰ ਮੁਸਤਕਬਲ ਲਈ ਕੀਤਾ ਤੂੰ? ਬੱਚੇ ਮੇਰੇ ਪਤਾ ਨਹੀਂ ਕਿੱਥੇ ਕਿੱਥੇ ਦਰਬਰ ਰੋਲ ਸਕਦੇ ਨੇ। ਇਹਦੇ 'ਚ ਨਾ ਤੁਸੀਂ ਮੇਰੇ ਬੱਚਿਆਂ ਨੂੰ ਸੰਭਾਲ ਸਕਦੇ ਹੋ ਨਾ ਮੇਰੇ ਮਾਰਨ ਤੋਂ ਵਾਲਿਦੈਨ- ਪਹਿਲੇ ਤੂੰ ਉਹਨੂੰ ਛੱਡ ਦੇਣਾ ਸੀ, ਤਲਾਕ ਦੇ ਦੇਣੀ ਸੀ। ਸਰ ਮੇਰਾ ਐਸਾ ਪਲਾਨ ਹੀ ਨਹੀਂ ਹੈ ਸਰ। ਮੈਂ 500 ਦਫਾ ਤੁਹਾਨੂੰ ਕਹਿ ਚੁੱਕਿਆ ਕਿ ਮੇਰਾ ਉਹਨੂੰ ਮਾਰਨ ਦਾ ਪਲਾਨ ਨਹੀਂ ਸੀ ਹੈ। ਕਿਸ ਤਰ੍ਹਾਂ ਬਣ ਗਿਆ ਅਚਾਨਕ ਤੋਂ? ਅਚਾਨਕ ਬਸ ਨਹੀਂ ਸਮਝ ਆਈ ਹੈ, ਮੈਂ ਉਹਨੂੰ ਸਮਝਾਇਆ ਨਹੀਂ ਸਮਝ ਆਈ। ਛੁਰੀ ਕਿੱਥੋਂ ਲੈ ਕੇ ਆਇਆ? ਛੁਰੀ ਘਰ ਹੀ ਸੀ ਮੇਰੇ, ਹਜ਼ਾਰ ਘਰ ਹੀ ਹੁੰਦੇ ਨੇ, ਕੁਝ ਦੁਕਾਨ ਤੇ ਹੁੰਦੇ ਨੇ, ਕੁਝ ਘਰ ਹੁੰਦੇ ਨੇ। ਛੁਰੀ ਮੇਰੇ ਹੱਥ ਲੱਗੀ, ਮੇਰੇ ਕੋਲ ਲੱਗ ਗਈ ਗੁੱਸੇ 'ਚ। ਕੀ ਉਹਨੇ ਕਿਹਾ ਸੀ ਕਿ ਤੂੰ ਛੁਰੀ ਫੜ ਕੇ ਉਹਦਾ ਗਲਾ ਕੱਟ ਦਿੱਤਾ? ਸਰ 100 ਆਪਸ 'ਚ ਗੱਲਾਂ ਉਹ 'ਚ ਇੱਕ ਗੱਲ ਤੇ ਦੱਸ ਦੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਨਾ। ਲੋਕਾਂ ਨੂੰ ਸਰ ਕੀ ਪਤਾ ਲੱਗੇ? ਮੇਰੇ ਮਹੱਲੇ ਤੇਰੇ ਜੈਸੇ ਦਰਿੰਦਿਆਂ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਆਗਾਹ ਕਰਨਾ ਜ਼ਰੂਰੀ ਹੈ। ਅਪੀਲ ਇਹ ਵੇ ਕਿ ਮੇਰੇ ਜੈਸੇ ਦਰਿੰਦੇ ਆ ਜਿਹੜਾ ਹੋਏਗਾ ਨਾ, ਉਹ ਆਪਣੀ ਇੱਜ਼ਤ ਔਰ ਗੈਰਤ ਤੋਂ ਸ਼ਾਇਦ ਜਾਂ ਆਪਣੀ ਬੁੱਢੀ ਛੱਡ ਦੇਗਾ ਜਾਂ ਇਹ ਕੰਮ ਕਰੇਗਾ। ਤੇ ਫਿਰ ਜੇ ਅਗਰ ਤੈਨੂੰ ਇਸ ਚੀਜ਼ ਦਾ ਪਤਾ ਸੀ ਕਿ ਬੁੱਢੀ ਨੂੰ ਛੱਡ ਦੇਣਾ ਬਿਹਤਰ ਹੈਗਾ, ਆਪ ਵੀ ਸਕੂਨ ਦੀ ਜ਼ਿੰਦਗੀ ਜਿੰਦਾ ਤੇ ਛੱਡ ਦੇਣਾ ਸੀ। ਮੈਂ ਬੜੀ ਦਫਾ ਕੋਸ਼ਿਸ਼ ਕੀਤੀ, ਮੈਨੂੰ ਘਰਦਿਆਂ ਨੇ ਵੀ ਕਿਹਾ ਸੀ, ਲੇਕਿਨ ਮੈਂ ਐਸੇ ਪਲਾਨ 'ਚ ਹਾਂ ਕਿ ਮੈਂ ਮਕਾਨ ਵੀ ਇਹਦੇ ਨਾਂ ਕਰਵਾਤਾ ਆਪਣੇ ਬੱਚਿਆਂ ਦੀ ਖਾਤਰ। ਠੀਕ ਹੈ, ਆਪਣਾ ਹਰ ਚੀਜ਼ ਇਹਦੇ ਨਾਂ ਕਰਵਾਤੀ, ਸ਼ਾਇਦ ਹੁਣ ਸਹੀ ਹੋਈ, ਹੁਣ ਸਹੀ ਹੋਈ। ਮੇਰਾ ਮਾਈਂਡ ਇਹ ਸੀ ਕਿ ਜਿਸ ਤਰ੍ਹਾਂ ਮੈਂ ਇਹਦੇ ਨਾਲ ਕਲੋਜ਼ ਹਾਂ, ਇਹ ਮੇਰੇ ਨਾਲ ਕਲੋਜ਼ ਹੋਏ। ਲੇਕਿਨ ਤੂੰ ਕਿਹਾ ਜੀ ਮੈਂ ਉਹਦੇ ਨਾਲ ਫੋਨ ਤੇ ਵੀ ਗੱਲਾਂ ਸੁਣੀਆਂ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ? ਕਿਸੇ ਦੇ ਨਾਲ ਉਹਦਾ ਕੋਈ ਗਲਤ ਤਾਲੁਕ ਸੀ? ਜਿਹੜਾ ਬੰਦਾ ਇੱਕ ਹਫਤਾ ਇੱਥੇ ਰਹਿੰਦਾ ਆਪਣੇ ਘਰ ਬਾਹਰ ਵਾਲਾ ਔਰ 15 ਦਿਨ ਮਾਂ ਪਿਓ ਘਰ ਰਹਿੰਦਾ, ਕੱਲਿਆਂ ਆਣਾ ਕੱਲਿਆਂ ਜਾਣਾ। ਅੱਛਾ, ਠੀਕ ਹੈ, ਮੈਨੂੰ ਤਾਂ 3 ਸਾਲ ਹੋ ਗਏ ਸਨ ਉਹਨਾਂ ਦੇ ਨਾ ਘਰ ਜਾਂਦਿਆਂ, ਨਾ ਸਾਡੇ ਕੋਲ ਉਹਨਾਂ ਦੀ ਰਿਸ਼ਤੇਦਾਰੀ ਸੀ। ਇਹ ਤਲਕਾਤ ਇਹ ਅੱਲਾ ਦੀ ਜ਼ਾਤ ਪਾਕ ਜਾਣਦੀ, ਜਾਂ ਮੈਨੂੰ ਪਤਾ ਜਾਂ ਉਹਨੂੰ ਪਤਾ ਕਿੱਥੇ ਜਾਂਦੀ ਸੀ? ਹੈ 15 ਦਿਨ ਤੂੰ ਕਹਿੰਦਾ ਨੇ ਕਿ ਇੱਧਰ ਜਾਂ 15 ਆਪਣੇ ਦਿਨ? ਮੇਕੇ ਰਹਿੰਦੀ ਸੀ 15 ਦਿਨ। ਅੱਛਾ, ਉੱਥੇ ਚਲੇ ਜਾਣਾ, ਇੱਥੇ 10 ਦਿਨ ਰਹਿਣੀ, ਲੜਾਈ ਪਾਲਣੀ, ਮੈਂ ਜਾਣਾ ਪੇਕੇ। ਲੜਾਈ ਦੀ ਕੋਈ ਵਜ੍ਹਾ ਤੇ ਹੁੰਦੀ ਹੈ ਨਾ, ਕਿਸੇ ਚੀਜ਼ ਦੀ, ਕੋਈ ਸਾਰੇ ਖਾਣੇ ਜਿਹੜੇ ਦੀ, ਬੰਦੇ ਕੋਈ ਖਰਚੇ ਦੀ, ਨਜਾਇਜ਼ ਕਿਸੇ ਚੀਜ਼ ਦੀ। ਤਲਕਾਤ ਹੋਣਾ ਆਪਣੇ ਬੰਦੇ ਨੂੰ ਘਰ ਨਹੀਂ ਪਾਉਂਦੀ। ਤੇ ਫਿਰ ਤੂੰ ਦੇਖਿਆ ਸੀ ਉਹਨੂੰ ਕਿ ਕਿਸੇ ਦੇ ਨਾਲ ਕੋਈ ਹਾਂ ਸਰ, ਨਜਾਇਜ਼? ਮੈਂ ਵੇਖਿਆ ਸੀ। ਕਿਹਦੇ ਨਾਲ ਵੇਖਿਆ? ਉਹ ਆਪਣੇ ਮੇਕੇ ਹੈ ਸੀ। ਤੇ ਕਿਹਦੇ ਮੈਂ- ਨਾਲ ਵੇਖਿਆ ਸੀ? ਮੈਨੂੰ ਨਹੀਂ ਪਤਾ ਸਰ, ਮੈਂ ਤੁਹਾਨੂੰ ਤੈਨੂੰ ਤਫਸੀਲ- ਪਤਾ ਵੀ ਨਹੀਂ ਹੈ, ਤੂੰ ਇਲਜ਼ਾਮ ਹੀ ਲਾਈ ਸਰ ਜਾ। ਫਿਰ ਮਾਜ਼ਰਤ ਇਹ ਵੇ ਕਿ ਮੈਂ ਜੋ ਕੀਤਾ ਆਪਣੀ ਇੱਜ਼ਤ ਗੈਰਤ ਤੋਂ ਕੀਤਾ। ਐਵੇਂ ਲੰਮੀ ਬਹਿਸ ਕਰੀ ਜਾਓਗੇ ਮੇਰੇ ਕੋਲ ਤੁਹਾਡੇ ਸਾਹ। ਪੁਲਿਸ ਨੂੰ ਤੇ ਉਹਦੇ ਮੋਬਾਈਲ ਦੇ ਵਿੱਚ ਕੋਈ ਐਸੀ ਚੀਜ਼ ਬਰਾਮਦ ਨਹੀਂ ਹੋਈ ਵੀ ਨਾ ਕਿਸੇ ਦੇ ਨਾਲ ਕੋਈ ਐਸੀ ਗੁਫ਼ਤਗੂ ਕਰਦੀ ਸੀ, ਉਹ ਕੋਈ ਨੰਬਰ ਟਰੇਸ ਆਊਟ ਹੋਇਆ? ਪੁਲਿਸ ਕੋਈ ਮੈਨੂੰ ਰਿਆਸਤ ਕੀਤਾ। ਠੀਕ ਹੈ, ਮਾਰ ਕੇ ਨੱਸ ਕਿਉਂ ਗਿਆ ਸੀ? ਬਸ ਮੇਰੇ ਦਿਲ 'ਚ ਖੌਫ ਜ਼ਿਆਦਾ ਪੈਦਾ ਹੋਇਆ। ਖੌਫ ਪੈਦਾ ਹੋ ਗਿਆ ਨਾਲ ਹੀ ਹੈ, ਜਦੋਂ ਮਾਰਨ ਲੱਗਿਆ ਉਦੋਂ ਖੌਫ ਨਹੀਂ ਆਇਆ? ਨਹੀਂ ਸਰ, ਨੱਸਣ ਲੱਗਿਆ ਤੈਨੂੰ ਖੌਫ ਆ? ਜੀ ਬਿਲਕੁਲ। ਕਿੱਥੋਂ ਫੜਿਆ ਗਿਆ ਸੀ ਫਿਰ? ਮੈਂ ਬੜੀ ਦੂਰ ਸ਼ਕਰਗੜ੍ਹ ਤੋਂ ਅੱਗੇ ਮੇਰੇ ਦੋਸਤ ਨੇ, ਮੈਂ ਉੱਥੇ ਸਾਂ। ਬੱਚੇ ਵੀ ਤੇਰੇ ਨਾਲ ਸੀ? ਜੀ ਬਿਲਕੁਲ ਨਹੀਂ। ਤੂੰ ਬੱਚੇ ਕਿਹਦੇ ਕੋਲ ਨੇ? ਬੱਚੇ ਇਹ ਨਹੀਂ ਪਤਾ ਹੈ ਮੈਨੂੰ ਕਿੱਥੇ ਨੇ। ਤੈਨੂੰ ਜ਼ਰਾ ਪਛਤਾਵਾ ਨਹੀਂ ਹੋ ਰਿਹਾ? ਸਰ ਮੈਨੂੰ ਪਛਤਾਵਾ, ਲੇਕਿਨ ਤੁਸੀਂ ਜਾਣ ਬੁੱਝ ਕੇ ਮੈਨੂੰ ਇੱਕ ਟੌਰਚਰ ਕਰਨ ਦੇ ਹੋ, ਜ਼ਿਹਨੀ ਮਰੀਜ਼ ਕਰਨ ਤੇਰੇ ਦੇ। ਕੋਲੋਂ ਸਵਾਲ ਪੁੱਛਣਾ ਤੂੰ ਟਾਰਚਰ ਸਮਝਣਾ, ਤੇਰੇ ਨਾਲ ਤੇ ਟਾਰਚਰ ਅਗਰ ਹੋਇਆ ਹੁੰਦਾ ਨਾ ਤੇ ਤੂੰ ਇਸ ਤਰ੍ਹਾਂ ਜਵਾਬ ਨਾ ਦੇ। 2 ਤੋਂ 3 ਦਫਾ ਕਿਹਾ ਕਿ ਸਰ ਇਹ ਮਸਲਾ ਹੈ, ਮਾਜ਼ਰਤ ਹੈ, ਇਹ ਮਸਲਾ ਮੇਰੇ ਕੋਲ ਜੋ ਵੀ ਹੋਇਆ ਗੁੱਸੇ 'ਚ ਵੇ। ਠੀਕ ਹੈ, ਮੇਰੇ ਬੱਚੇ ਨੇ, ਮੈਨੂੰ ਆਪਣੇ ਬੱਚਿਆਂ ਦੀ ਟੈਨਸ਼ਨ ਹੈ, ਮਾਜ਼ਰਤ ਹੈ। ਤੇ ਅਗਰ ਇੱਕ ਛੁਰੀ ਤੂੰ ਗੁੱਸੇ ਦੇ ਚੋਦੀ ਗਰਦਨ ਤੇ ਫੇਰੀ ਸੀ, ਦੂਸਰੀ ਆਪਣੀ ਤੇ ਫੇਰ ਲੈਂਦਾ, ਆਜ਼ਾਦੀ ਮਿਲ ਜਾਂਦੀ ਦੋਵਾਂ ਨੂੰ। ਸ਼ਾਇਦ ਇਸ ਤਰ੍ਹਾਂ ਤੁਹਾਡੇ ਕੋਲ ਮਸ਼ਵਰਾ ਆਪਣੀ ਗਰਦਨ ਤੇ ਫੇਰਨ ਲੱਗੇ ਤੇਰੇ ਮੌਤ ਪੈਂਦੀ ਸੀ ਨਾ ਤੈਨੂੰ, ਹਾਂਜੀ ਬਿਲਕੁਲ ਕਿਉਂਕਿ ਤੂੰ ਬੁਜ਼ਦਲ ਸ਼ਖਸ ਹੈਗਾ ਸੀ। ਜੀ ਬਿਲਕੁਲ। ਇੱਕ ਔਰਤ ਨੂੰ ਤੂੰ ਨਿਹੱਤੀ ਔਰਤ ਨੂੰ ਮਾਰਿਆ ਤੂੰ ਉਹਦੇ ਬੱਚਿਆਂ ਦੇ ਸਾਹਮਣੇ। ਸ਼ਾਇਦ ਸਰ ਤੁਸੀਂ ਨਾ ਰਹਿੰਦੇ ਤੇ ਤੁਹਾਨੂੰ ਸਾਰਾ ਪਤਾ ਹੁੰਦਾ। ਤੁਸੀਂ ਨਾਲ ਨਹੀਂ ਸੀ ਹੈ, ਜੋ ਮੈਂ ਜਾਣਨਾ ਜਾਂ ਉਹ ਜਾਣਦੀ ਹੈ ਨਾ। ਤੁਸੀਂ ਹੁਣ ਜਿਸ ਤਰ੍ਹਾਂ ਮਰਜ਼ੀ ਆਪਣਾ ਗੱਲਾਂ ਕਰ ਸਕਦੇ ਹੋ। और ये शख्स जो है ना वो सिर्फ़ और सिर्फ अपने आप को बचाने के लिए इस तरह के बयानात दे रहा है, क्योंकि जब इस तरह की हरकतें कर लेते हैं या इतने बड़े जुर्म वो कर लेते हैं, उसके बाद फिर इन लोगों के पास ना जवाब के लिए कोई भी ऐसा मौक़िफ़ नहीं होता। अभी मुलज़म की सारी कहानी और इसका बयान आपने सुना। SHO साहब भी मेरे साथ मौजूद हैं, उनसे भी आपकी मुलाकात करवाते हैं। वो क्या कहते हैं, उन्होंने क्या इंटेरोगेशन की है
क्या ये वाकई ही उस खातून पर जो कि अब इस दुनिया में नहीं है उस पर ये बेबुनियाद किस्म के इल्ज़ाम लगा रहे हैं? आइए मेरे साथ। जी मेरे साथ SHO थाना मुरीद के सिटी वली हसन पाशा साहब मौजूद हैं। उनसे जानते हैं कि इस अफसोसनाक वाक़े के बारे में जब आपको इतला मिली तो आप मौके वारदात पर जब पहुँचे तो क्या देखा और फिर आपको कैसे मालूम हुआ कि इस खातून को कत्ल करने वाला कोई और नहीं बल्कि उसका अपना ही शोहर था? सर बहुत शुक्रिया। मुझे ये बताइएगा कि किस तरह आपको ये इतला मिली और जब आप मौका पर पहुंचे तो क्या आपने देखा और उसके बाद आपने उस कातिल को फौरी गिरफ़्तार किया? जी बिस्मिल्लाहिर्रहमानिर्रहीम। मैं रूटीन की पेट्रोलिंग में था तो 15 पे कॉल मौसूल होती है कि खातून का कत्ल हो गया। तो मैं विद द नोट ले रिस्पॉन्स करता हूँ, वहाँ पे पहुँचता हूँ, देखता हूँ कि एक नौजवान लड़की की नाश पड़ी हुई थी। तो वहाँ से हकीकत जानी, दाएं बाएं से मालूम किया, पता चला कि इसके शौहर ने इसको बड़ी बेदर्दी से कत्ल किया है। और ये बाई प्रोफेशन कसाब था, इनकी छुरियाँ चाकू बड़े तेज़ होते हैं। ये इसने दौरान तफ्तीश बताया कि ये वो छुरी है जिससे हम 10-15 मन के जानवर को एक झटके में ज़िबा कर देते हैं, इतनी तेज़ छुरी होती है। सर उस खातून के बच्चे भी 2 मासूम थे, वो बच्चे भी उस वक्त सामने थे जब उसकी वालदा को कत्ल किया गया? जी जी, उसके बच्चे उसके साथ थे, उसके बच्चे उसके साथ बैठे हुए थे। एक 8 माह का बच्चा था उसका, एक 8 माह का बेटा था, एक उसका 3 साल की बेटी थी जो उसके साथ बैठी हुई थी। वजह क्या मुलज़म ने बताई कि जी क्यों मैंने कत्ल किया? मुलज़म कहता है जो उसका करैक्टर ठीक नहीं था, वो फ़ोन पे लगी रहती थी, अपने मैके में ज़्यादा वक्त गुजारती थी, लेकिन कोई ठोस सबूत वजह पेश नहीं कर सका। तो क्या अगर अपने वालिदैन से बहन भाइयों से बात करना कोई इतना बड़ा जुर्म है कि उसको इस तरह से जानवरों की तरह ज़िबा कर दिया जाए? बस इसकी ब्रूटैलिटी है जी। इंशाल्लाह जिस तरह इसने बेदर्दी से उसको कत्ल किया है, कोशिश करेंगे कि कानून के दायरे में रहते हुए इसको भी उसी तरह सख्त से सख्त सज़ा दिलवाएं। अच्छा, आपने मुलज़म को गिरफ़्तार कैसे किया? मौका वारदात से आपने गिरफ़्तार कर लिया था कि कहीं भाग गया था ये? जी मुलज़म मौका वारदात से भाग गया था। मुलज़म ने अपनी सिम जो थी वो चेंज कर ली थी। तो हमने IE नंबर जो है तो उसका ME नंबर जिसको कहते हैं वो हमने उसकी मदद से इसको ट्रेस किया। इसने सिम नहीं डाली लेकिन इसको इतनी सेंस नहीं थी कि जो उसका IEMA नंबर उससे भी ट्रेस हो सकता है। तो हमने इसको शकरगढ़ के इलाके से अरेस्ट किया। अच्छा, तो मुलज़म के ख़िलाफ़ अब आपने तमाम शवाहत तो इकट्ठे कर दिए होंगे। आप बता सकते हैं कि जी ऐसे मुलज़मान को कड़ी से कड़ी सज़ा दी जाएगी इंशाल्लाह? इंशाल्लाह जी इसको कड़ी से कड़ी सज़ा दिलवाएंगे, कानून के दायरे में रहते जो भी इसकी सज़ा बनती इसको ज़रूर दिलवाएंगे इंशाल्लाह। जी बिल्कुल, आपने मुलज़म का भी बयान सुना कि वो क्या बता रहा था और आपने पुलिस इन्वेस्टिगेशन ऑफिसर की भी गुफ्तगू सुनी कि ऐसे लोग सिर्फ़ और सिर्फ शक की बिना पर वो ये नहीं समझते कि जी इसके बाद ऐसा घनौना जुर्म करने के बाद मैं आज़ाद बच सकूँगा या मैं सुकून की ज़िंदगी गुजार सकूँगा, तो ऐसा बिल्कुल भी नहीं है। उम्मीद करता हूँ कि आप भी अपने घर में और अपने इर्द गिर्द ऐसे लोगों पर नज़र रखें, क्योंकि ऐसा ना हो कि कल को आप भी कोई ऐसे किसी घनौने जुर्म के इर्तिकाब करने के बाद आप भी इन सलाखों के पीछे आ सकें। उम्मीद करते हैं कि इस मुलज़म को कड़ी से कड़ी सज़ा मिलेगी। इसी के साथ इजाज़त चाहूँगा।